जे लखे सिधाने मगर नौजवान तो लखे सिधाना नाल बह के गल कर लो, क्यों नहीं बह के तुसीं गल करदे? उन्होंने बुला लो रे। सानू बीजेपी के घरों नूं घेरना चाहिए, पक्के तौर पर घेरना चाहिए, हुक्का पानी उन्होंने अंदरे बंद करना चाहिए सारा कुछ। कदे सड़कां रोक लो, सड़कां रोकना रेल रोकना हुण तक कुछ बनया नहीं साडा। भी सानू कोई वड्डी काल चाहिए आ भी जी दे कुछ करके दिखाइए। आप इस स्टेज पर बह के जिंदाबाद मुर्दाबाद के नारे लाई जाने भी कोई फर्क नहीं पैना। तो दूजी गल मैनू बनन तो पहला अंदर बनन तो पहला पूछा भी किहड़ी जथेबंदियां? जथेबंदी जरूरी है, किसान जरूरी ने, जथेबंदियां बाद चों ने। भी हंबड़े मारे बिना तुरे बिना गल नहीं बननी, नौजवानी बिना तो बिल्कुल गल नहीं बननी। ये साडे बजुर्ग ने, साडे जिहड़े बजुर्ग ने, साडा इन्हां नूं साथ देना चाहिए। पंजाब न्यूज़ देख रहे सारे ही देश के दर्शकों का मैं हरजीत का स्वागत कर। दर्शकों, TDI मॉल के सामने आ मनुखता की सेवा जिथे लंगर चल रहा है। ये साडे नाल एक वीर मौजूद है, तो तुसीं देखिया होना कल इन्हां ने स्पीच भी स्टेज तो दी है। तो गलबात करांगे क्योंकि नौजवानों का हुण जिहड़ा विचार हैगा वो मोर्चे के प्रति बदल रहे हैं। उन्हां लगदा कि इस मोर्चे नूं होर वधिया तरीके नाल रंगत देण दी हुण जिहड़ी वो कोशिश आ करनी चाहिए है। गलबात करांगे इन्हां नाल। वाहिगुरू जी का खालसा, वाहिगुरू जी की फतेह जी। ਵੀ ਜੀ किस तरह देखते हो कि ਤੁਹਾਨੂੰ क्यों अज इदां लगता कि इस किसानी अंदोलन ਨੂੰ ਹੁਣ ਹੋਰ रंगत वधिया देने की लोड़ है, या क्यों इदां लगता ਤੁਹਾਨੂੰ कि ਹੁਣ स्टेज ਤੇ भी थोड़ी बदलाव करने की जरूरत है? बदलाव पैने इस तरह लगता ਹੁਣ ਆਪਾਂ ਜਿਹੜੀ स्टेज कहने भी स्टेज संयुक्त किसान मोर्चे स्टेज आ, सांझी स्टेज आ। सांझी ਦਾ अर्थ में इत्थे कोई भी आके बोल सकता ਤੇ कोई भी किसी तरीके ਨਾਲ ਇੱਥੇ प्रचार कर सकता, पर प्रचार माड़ा नहीं करना चाहिए किसी ਨੂੰ भी। मैं ये चाहना ਸੀਗਾ ਕੱਲ मैं इसे बेनती करी जथेबंदियों ਨੂੰ सारे ਨੂੰ, प्रधान साहब ਨੂੰ बेनती करी, ਜਿਹੜੇ ਵਲੰਟੀਅਰ ਵੀਰ ਨੇ ਇਹਨਾਂ ਨਾਲ ਜੋੜੇ ਹੋਏ ਨੇ ਉਹਨਾਂ ਨੂੰ ਬੇਨਤੀ ਕਰਕੇ ਆਇਆ ਸੀਗਾ ਵੀ ਆਪਾਂ ਸਟੇਜ ਨੂੰ ਇੱਕ ਵੱਖਰੇ ਤਰੀਕੇ ਨਾਲ ਵੰਡਣੀ ਹੈ। ਵੰਡਣੀ ਆਪਾਂ ਨੇ ਕਿਸ ਤਰੀਕੇ ਨਾਲ ਆ ਵੀ ਇੱਕ ਇੱਕ ਦਿਨ ਦੇ ਦਿਓ ਸਾਰੀ ਜਾਣਿਆਂ ਨੂੰ, ਜਿੰਨੇ ਆਪਣੇ ਪੰਜਾਬ ਸੂਬੇ ਨੇ ਭਾਰਤ ਵਿੱਚ, ਵੀ ਉਹ ਆਪਣੀ ਮਾਤ ਬੋਲੀ ਵਿੱਚ ਆ ਕੇ ਇੱਥੇ ਪ੍ਰਚਾਰ ਕਰਨ। ਤੇ ਉਹ ਆਪਦੀ ਮਾਤ ਬੋਲੀ ਪ੍ਰਚਾਰ ਨਾ ਕਰਨਗੇ, ਜਿਹੜੇ ਪੰਜਾਬੀ ਵੀਰ ਉੱਥੇ ਬੈਠੇ ਹੁੰਦੇ ਨੇ, ਹਰਿਆਣੇ ਵਾਲੇ ਬੈਠੇ ਹੁੰਦੇ ਨੇ, ਵੀ ਉਹ ਟਰਾਂਸਲੇਟ ਕਰਕੇ ਉਹਨਾਂ ਨੂੰ ਦੱਸਣ ਵੀ ਤੇ ਪੰਜਾਬੀ ਇਹ ਕੀ ਕਹਿ ਰਹੇ ਨੇ। ਜੇਕਰ ਉੱਥੇ ਹੁਣ ਕੱਲ ਤਾਮਿਲਨਾਡੂ ਆਏ ਸੀਗੇ, ਉਹ 10-12 ਜਾਣੇ ਆਏ ਸੀਗੇ, ਆਪਣੀ ਮਾਤ ਬੋਲੀ ਦੱਸ ਰਹੇ ਸੀ ਤੇ ਪੰਜਾਬੀਆਂ ਨੂੰ ਉੱਥੇ ਪਤਾ ਨਹੀਂ ਲੱਗਿਆ। ਉੱਥੇ ਟਰਾਂਸਲੇਟ ਕਰਨ ਵਾਲਾ ਵੀ ਬੰਦਾ ਚਾਹੀਦਾ। ਤੇ ਮੈਂ ਇਹ ਚਾਹੁੰਦਾ ਵੀ ਕਿਉਂਕਿ ਗੁਰੂ ਨਾਨਕ ਮਹਾਰਾਜ ਗਏ ਸੀਗੇ, ਉਹ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੇ ਪ੍ਰਚਾਰ ਕਰੇ, 4 ਉਦਾਸੀਆਂ ਕਰੇ ਸੀਆਂ। ਆਪਾਂ ਇਸ ਸਟੇਜ ਤੇ ਬਹਿ ਕੇ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲਾਈ ਜਾਂਦੇ ਆ ਵੀ ਕੋਈ ਫਰਕ ਨਹੀਂ ਪੈਣਾ। ਮੈਂ ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਡੇ ਪ੍ਰਧਾਨ ਸਾਹਿਬਾਨ ਨੂੰ ਵੀ ਸਟੇਜ ਨੂੰ ਵੰਡੀਏ, ਵੀ ਕਿਉਂਕਿ ਹਰ ਇੱਕ ਦਾ ਇੱਥੇ ਸਟੇਜ ਤੇ ਅਧਿਕਾਰ ਆ, ਵੀ ਇਕੱਲੇ ਪੰਜਾਬ ਦਾ ਨਹੀਂ। ਜੇਕਰ ਪੰਜਾਬ ਇਕੱਲਾ ਤੇ ਕੁਝ ਨਹੀਂ ਕਰ ਸਕਦਾ, ਹਰਿਆਣਾ ਸਾਰੇ ਜਿੰਨੇ ਵੀ ਸਾਡੇ ਬਾਲਟੇ 'ਚ ਇਹਨੂੰ ਫਲਾਈਏ ਸਟੇਜ ਨੂੰ, ਵੀ ਆ ਕੇ ਉਹ ਬੋਲਣ, ਆਪਦੀ ਮਾਤ ਭਾਸ਼ਾ ਵਿੱਚ ਬੋਲਣ, ਬੋਲ ਕੇ ਦੱਸਣ ਵੀ ਜਿਹੜੇ ਸਾਡੇ ਹੁਣ ਅਸੀਂ ਪੰਜਾਬੀ ਬੋਲਦੇ ਹਾਂ, ਸਾਡੇ ਪੰਜਾਬ ਦੇ ਜਿਹੜੇ ਵੀਰ ਨੇ, ਮਜ਼ਦੂਰ ਨੇ, ਹਾਲੇ ਤੱਕ ਅਸੀਂ ਉਹਨਾਂ ਨੂੰ ਸਮਝਾ ਨਹੀਂ ਸਕੇ। ਜੇ ਜਿਹੜੇ ਮਾੜੇ ਕਾਨੂੰਨ, ਕਾਲੇ ਕਾਨੂੰਨ ਬਣਾਏ ਨੇ, ਵੀ ਨੇ ਕਾਲੇ ਕਾਨੂੰਨਾਂ ਦਾ ਨੁਕਸਾਨ ਕੀ ਹੈ, ਵੀ ਜਿਹੜੇ ਬਾਕੀ ਵਰਗ ਦੇ ਲੋਕ ਨੇ ਹਿੰਦੁਸਤਾਨ 'ਚ ਹੋਰ ਮਜ਼ਦੂਰ ਰਹਿੰਦੇ ਨੇ ਵੀਰੇ, ਪ੍ਰਵਾਸੀ ਮਜ਼ਦੂਰ ਨੇ ਵੀਰ ਹੋਣੀ, ਉਹਨਾਂ ਨੂੰ ਅਸੀਂ ਕੀ ਦੱਸਾਂਗੇ ਵੀ ਇਹਦੇ ਮਾੜੇ ਕਾਨੂੰਨਾਂ ਦਾ ਕੀ ਨੁਕਸਾਨ ਕੀ ਹੈ। ਵੀ ਕਿਉਂਕਿ ਅਸੀਂ ਆਪਦੇ ਘਰ ਦੇ ਮਜ਼ਦੂਰਾਂ ਨਹੀਂ ਸਮਝਾ ਸਕੇ, ਉਹਨਾਂ ਨੂੰ ਉਹਦੀ ਬੋਲੀ ਸਮਝਾਇਆ ਜਾਊਗਾ ਨਾ। ਤੁਹਾਨੂੰ ਕੀ ਲੱਗਦਾ ਕਿ ਜਿੱਥੇ ਨੌਜਵਾਨਾਂ ਦੀ ਗੱਲ ਕਰਦੇ ਆ, ਨੌਜਵਾਨਾਂ ਨੂੰ ਹੁਣ ਕਲਾ ਵਿੱਚ ਨਹੀਂ ਲਿਆ ਜਾ ਰਿਹਾ, ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨਾਲ ਕੋਈ ਵਰਤਾਵ ਆ ਜਿਹੜਾ ਸਹੀ ਨਹੀਂ ਕੀਤਾ ਜਾ ਰਿਹਾ? ਨਹੀਂ, ਬਿਲਕੁਲ ਨਹੀਂ ਠੀਕ ਕੀਤਾ ਜਾਂਦਾ। ਭੈਣੇ ਜਿੱਦਣ ਉਹ 26 ਜਨਵਰੀ ਤੋਂ ਇਹਨਾਂ ਨੇ ਦਿੱਤਾ ਸੀ ਵੀ ਨੌਜਵਾਨ ਹੀ ਬੋਲਣਗੇ, ਸਿਰਫ ਨੌਜਵਾਨ ਨੂੰ ਪਹਿਲਾਂ ਇਹ ਗੱਲ ਪੁੱਛੀ ਜਾਂਦੀ ਵੀ ਤੁਸੀਂ ਕਿਹੜੀ ਜਥੇਬੰਦੀਆਂ ਨਾਲੋਂ ਸੰਬੰਧ ਰੱਖਦੇ ਹੋ। ਤੇ ਪਰਚੀ ਮੈਂ ਕੱਲ ਵੀ ਗਿਆ ਸੀਗਾ, ਕੱਲ ਉੱਥੇ ਸਟੇਜ 'ਤੇ ਮੈਂ ਉਹ ਕਰਨ ਗਿਆ ਸੀਗਾ, ਸਪੀਚ ਦੇਣ ਗਿਆ ਸੀ। ਸਿਰਫ ਪਰਚੀ ਮੇਰਾ ਉੱਥੇ 11ਵਾਂ ਨੰਬਰ ਸੀਗਾ, 11ਵੇਂ ਤੋਂ ਨੰਬਰ ਤੋਂ ਮੈਨੂੰ 11 ਵਜੇ ਮੇਰਾ ਨੰਬਰ ਲਿਖਿਆ ਸੀਗਾ, ਉੱਥੇ ਨੰਬਰ ਮੇਰਾ 11ਵਾਂ ਸੀਗਾ। 11ਵੇਂ ਤੋਂ 4:30 ਵਜੇ ਆ ਕੇ ਟਾਈਮ ਮਿਲਿਆ। ਪਰਚੀ ਉੱਪਰ ਥੱਲੇ ਸਪਾਰਸਾਲ ਦੀ ਪਰਚੀ ਪਹਿਲਾਂ ਨਿਕਲਦੀ ਆ ਉੱਥੇ। ਤੇ ਦੂਜੀ ਗੱਲ ਮੈਨੂੰ ਬਣਨ ਤੋਂ ਪਹਿਲਾਂ, ਅੰਦਰ ਵੜਨ ਤੋਂ ਪਹਿਲਾਂ ਇਹ ਪੁੱਛਿਆ ਗਿਆ ਵੀ ਕਿਹੜੀ ਜਥੇਬੰਦੀਆਂ? ਜਥੇਬੰਦੀ ਜ਼ਰੂਰੀ ਆ ਕਿ ਇਨਸਾਨ ਜ਼ਰੂਰੀ ਨੇ? ਤੇ ਕਿਸਾਨ ਜ਼ਰੂਰੀ ਨੇ, ਕਿਸਾਨ ਜ਼ਰੂਰੀ ਨੇ, ਜਥੇਬੰਦੀਆਂ ਬਾਅਦ ਚੋਂ ਨੇ। ਜਥੇਬੰਦੀਆਂ ਨੂੰ ਬੇਨਤੀ ਕਰਦਾ ਮੈਂ, ਗੁੱਸਾ ਨਾ ਕਰਨ ਜਥੇਬੰਦੀਆਂ ਮੇਰੀ ਗੱਲ ਦਾ, ਵੀ ਜਦ ਪਹਿਲਾਂ ਪੰਜਾਬ 'ਚੋਂ ਹੜ੍ਹ ਤੁਰਿਆ, ਜਥੇਬੰਦੀਆਂ ਪਹਿਲਾਂ ਨਾਲ ਨਹੀਂ ਆਈ ਸੀਗੀਆਂ, ਇਕੱਲੇ ਕਿਸਾਨ ਆਏ ਸੀ। ਜਥੇਬੰਦੀਆਂ ਦੂਏ ਜਾਂ ਤੀਏ ਦਿਨ ਬਾਅਦ 'ਚੋਂ ਆਈ ਸੀਗੀਆਂ। ਜਾਂ ਬੈਰੀਕੇਡ ਤੋੜੇ ਨੇ, ਜਾਂ ਜਥੇਬੰਦੀਆਂ ਕਿੱਥੇ ਸੀਗੀਆਂ? ਜਥੇਬੰਦੀਆਂ ਜਦ ਬਾਅਦ 'ਚੋਂ ਆਈਆਂ ਨੇ, ਕਿਸਾਨ ਪਹਿਲਾਂ ਆਏ ਨੇ ਉੱਥੇ ਵੀ ਭੈਣੇ। ਤੁਹਾਨੂੰ ਲੱਗ ਰਿਹਾ ਕਿ ਹੁਣ ਜਿਹੜਾ ਮੋਰਚਾ ਕਿਸੇ ਹੋਰ ਟਰੈਕ 'ਚ ਜਾ ਰਿਹਾ ਹੈਗਾ, ਜੋ ਪਹਿਲਾਂ ਇੱਥੇ ਹੜ੍ਹ ਸੀ ਜਾਂ ਮੋਰਚਾ ਜਿੱਦਾਂ ਦਾ ਚੱਲਦਾ ਸੀ ਉੱਦਾਂ ਦਾ ਨਹੀਂ ਰਿਹਾ? ਨਹੀਂ ਰਿਹਾ, ਬਿਲਕੁਲ ਨਹੀਂ ਰਿਹਾ ਮੋਰਚਾ ਉੱਦਾਂ ਦਾ। ਪਰ ਅਸੀਂ ਮੈਂ ਬੇਨਤੀ ਕਰਦਾ ਜਿਹੜੇ ਵੀਰ ਨੇ ਸਾਡੇ
ਪੰਜਾਬ 'ਚ ਬੈਠੇ ਨੇ ਉਹਨੂੰ ਬੇਨਤੀ ਕਰਦਾ ਵੀਰੇ ਵੀ ਹੰਬੜੇ ਮਾਰੇ ਬਿਨਾ ਤੁਰੇ ਬਿਨਾ ਗੱਲ ਨਹੀਂ ਬਣਨੀ, ਨੌਜਵਾਨੀ ਬਿਨਾ ਤਾਂ ਬਿਲਕੁਲ ਗੱਲ ਨਹੀਂ ਬਣਨੀ। ਇਹ ਸਾਡੇ ਬਜ਼ੁਰਗ ਨੇ, ਸਾਡੇ ਜਿਹੜੇ ਬਜ਼ੁਰਗ ਨੇ, ਸਾਡਾ ਇਹਨਾਂ ਨੂੰ ਸਾਥ ਦੇਣਾ ਚਾਹੀਦਾ। ਉਰੇ ਆਓ, ਆ ਕੇ ਆਪਾਂ ਕੁਛ ਹੋਰ ਰੰਗਤ ਵਿੱਚ ਆਪਾਂ ਇਹਨਾਂ ਨਾਲ ਬਹਿ ਕੇ ਗੱਲ ਕਰ ਲੈਂਦੇ ਹਾਂ। ਜੇ ਸਾਡੇ ਦਿਲ 'ਚ ਗੁੱਸਾ ਕੋਈ, ਅਸੀਂ ਇਹਨਾਂ ਨਾਲ ਬਹਿ ਕੇ ਗੱਲ ਕਰਦੇ ਹਾਂ। ਪ੍ਰਧਾਨ ਸਾਹਿਬਾਨਾਂ ਨਾਲ, ਜਥੇਬੰਦੀਆਂ ਪ੍ਰਧਾਨ ਸਾਹਿਬ ਬਹਿ ਕੇ ਗੱਲ ਕਰਦੇ ਹਾਂ। ਇੱਕ ਹੋਰ ਮੈਂ ਪ੍ਰਧਾਨ ਸਾਹਿਬਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਮੂਹਰੇ ਸੂਬਿਆਂ 'ਚ ਇਲੈਕਸ਼ਨ ਆ ਰਹੇ ਨੇ, ਵੀ ਅਸੀਂ ਉਰੇ ਬੈਠੇ ਹਾਂ, ਉਰੇ ਬੈਠ ਕੇ ਆਪਾਂ ਮੁਰਦਾਬਾਦ ਜਿੰਦਾਬਾਦ ਲਾ ਰਹੇ ਹਾਂ। ਜਿੰਦਾਬਾਦ ਮੁਰਦਾਬਾਦ ਨਾਲ ਲਾਉਣਾ ਕੁਛ ਨਹੀਂ ਬਣਨਾ। ਵੀ ਉਰੋਂ ਚੱਲੀਏ, ਉਰੇ ਟੀਮਾਂ ਬਣਾਈਏ, ਟੀਮਾਂ ਬਣਾ ਕੇ ਇਸ ਜਿਹੜੇ 6 ਸੂਬਿਆਂ 'ਚ ਪ੍ਰਚਾਰ ਆ ਰਹੇ ਨੇ ਉੱਥੋਂ ਬੰਦੇ ਲਈਏ, ਉਹਨਾਂ ਦੀ ਮਾਤ ਭਾਸ਼ਾ ਵਿੱਚ ਦੱਸੀਏ ਜਿਹੜੇ ਕਾਲੇ ਕਾਨੂੰਨ ਬਣਾਏ ਨੇ 3, ਵੀ ਕਾਲੇ ਕਾਨੂੰਨਾਂ ਦਾ ਨੁਕਸਾਨ ਉਹਨਾਂ ਨੂੰ ਕੀ ਆ। ਵੀ ਇਹ ਗੁਰੂ ਨਾਨਕ ਮਹਾਰਾਜ ਨੇ ਦੀ ਫਿਲਾਸਫੀ ਲਈ ਆਪਾਂ, ਗੁਰੂ ਨਾਨਕ ਮਹਾਰਾਜ ਨੇ ਤੁਰ ਕੇ ਪ੍ਰਚਾਰ ਕਰਿਆ, ਅਲੱਗ-ਅਲੱਗ ਥਾਂ ਵਿੱਚ, ਅਲੱਗ-ਅਲੱਗ ਭਾਸ਼ਾਵਾਂ ਵਿੱਚ, ਉੱਥੇ ਜਿੱਥੇ ਜਾਂਦੀ ਸੀ ਉਹੀ ਭਾਸ਼ਾ ਵਿੱਚ ਉਹ ਪ੍ਰਚਾਰ ਕਰਦੀ ਸੀ। ਕੀ ਦਾ ਅਸੀਂ ਗੁਰੂ ਨਾਨਕ ਮਹਾਰਾਜ ਕਿਉਂ ਨਹੀਂ ਸੇਧ ਲੈਂਦੇ? ਇੱਥੇ ਜਿੰਦਾਬਾਦ ਮੁਰਦਾਬਾਦ ਕੀ ਚਾਹੁੰਦੇ ਹੋ ਨੌਜਵਾਨ? ਕੀ ਹੁਣ ਤੁਹਾਨੂੰ ਲੱਗਦਾ ਕਿ ਕੀ ਅੱਗੇ ਪ੍ਰੋਗਰਾਮ ਲਿਖਣੇ ਚਾਹੀਦੇ ਨੇ, ਕੀ ਰੂਪ ਰੇਖਾ ਹੋਣੀ ਚਾਹੀਦੀ ਹੈ ਮੋਰਚੇ ਦੀ? ਨੌਜਵਾਨ ਤਾਂ ਭੈਣੇ ਕਾਲ ਚਾਹੁੰਦੇ ਨੇ ਵੱਡੀ ਜੀ। ਮੈਂ ਵੀ ਉਹਦੇ ਪਿੰਡ ਜਾ ਕੇ ਸੀ, ਮੈਂ ਪਿੰਡ ਵੀ ਪੁੱਛਿਆ ਸੀਗਾ ਵੀ ਕੀ ਗੱਲਬਾਤ ਆ। ਉਹ ਕਹਿੰਦੇ ਉੱਥੇ ਹੀ ਬੈਠੇ ਨੇ, ਉੱਥੇ ਬਹਿ ਕੇ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾਏ ਨੇ। ਕਦੇ ਰੇਲ ਰੋਕ ਲਓ, ਕਦੇ ਸੜਕਾਂ ਰੋਕ ਲਓ। ਸੜਕਾਂ ਰੋਕਣਾ, ਰੇਲ ਰੋਕਣਾ ਹੁਣ ਤੱਕ ਕੁਝ ਬਣਿਆ ਨਹੀਂਗਾ ਸਾਡਾ। ਵੀ ਸਾਨੂੰ ਕੋਈ ਵੱਡੀ ਕਾਲ ਚਾਹੀਦੀ ਆ ਵੀ ਜਿਹਦੇ ਵਿੱਚ ਅਸੀਂ ਕੁਝ ਕਰਕੇ ਦਿਖਾਈਏ, ਸਰਕਾਰ ਨੂੰ ਹਲਾਈਏ। ਦੇਖ ਸਕਦੇ ਹੋ ਕਿ ਬਜਟ ਦਾ ਅਗਲਾ ਸੈਸ਼ਨ ਸ਼ੁਰੂ ਹੋ ਰਿਹਾ ਹੈਗਾ, ਮਾਰਚ ਸ਼ੁਰੂ ਹੋ ਗਿਆ, ਮਾਰਚ ਦੇ ਵਿੱਚ ਅਗਲਾ ਸੈਸ਼ਨ ਸ਼ੁਰੂ ਹੋਏਗਾ। ਤੁਹਾਨੂੰ ਲੱਗਦਾ ਨਹੀਂ ਕਿ ਕਾਲ ਵੀ ਦੇ ਚੁੱਕੇ ਨੇ ਕਿ ਹੁਣ ਪਾਰਲੀਮੈਂਟ ਜਿਹੜੀ ਉਹ ਘੇਰਨੀ, 1 ਕਰੋੜ ਟਰੈਕਟਰ ਲੈ ਕੇ ਜਾਵਾਂਗੇ, ਪਾਰਲੀਮੈਂਟ ਘੇਰਾਂਗੇ, 6 ਤਰੀਕ ਨੂੰ KMP ਰੋਡ ਜਿਹੜਾ, ਫਿਰ ਕਿਉਂ ਨੌਜਵਾਨ ਸਹਿਮਤ ਨਹੀਂ ਹੈਗੇ? ਨਹੀਂ ਭੈਣੇ, ਹੁਣ ਇਹਦੇ ਨਾਲ ਕੀ 1 ਕਰੋੜ ਟਰੈਕਟਰ ਪੰਜਾਬ 'ਚ ਕਿੱਥੇ ਆ? ਹਰਿਆਣੇ ਯਾਰ ਪੰਜਾਬ ਸਾਰਿਆਂ ਲਾ ਕੇ 1 ਕਰੋੜ ਟਰੈਕਟਰ ਬਣੂਗਾ ਜੀ, ਸਾਰੀਆਂ ਸਟੇਟਾਂ, ਸਾਰੀ ਸਟੇਟਾਂ ਲਾ ਕੇ। ਜੇ ਚਾਹਣਾ ਤਾਂ ਜੇ ਪੱਕੇ ਕਰਨ, ਇਹ ਵੀ ਪਹਿਲਾਂ ਇਹ ਕਾਲ ਦੇ ਦਿੰਦੇ ਨੇ, ਬਾਅਦ ਚੋਂ ਕਾਲ ਸਮਾਪਤ ਕਰ ਦਿੰਦੇ ਆਪਦੀ। ਇੱਕ ਗੱਲ ਤੇ ਖੜਨ ਤਾਂ ਹੀ ਨੌਜਵਾਨ ਤੁਰੂਗਾ ਜੀ। ਇੱਕਨ ਗੱਲ ਨਹੀਂ ਬਣਦੀ ਹੁੰਦੀ। ਕਦੇ ਵੀ ਬੇਨਤੀ ਹੈ ਜਥੇਬੰਦੀਆਂ ਨੂੰ, ਪ੍ਰਧਾਨ ਨੂੰ ਬੇਨਤੀ ਹੱਥ ਬੰਨ੍ਹ ਕੇ ਵੀ ਇੱਕ ਕਾਲ ਦਿਓ, ਕੋਈ ਵੱਡੀ ਵਧੀਆ ਕਾਲ ਦਿਓ, ਤਾਂ ਨੌਜਵਾਨ ਤੁਰੂਗਾ। ਜਾਣ ਨੌਜਵਾਨ ਨੂੰ ਬੇਨਤੀ ਕਰਨ, ਇਹ ਵੜਿਆ ਕੇ ਲੈ ਕੇ ਆਉਣ। ਤੁਹਾਨੂੰ ਕਿਉਂ ਲੱਗਦਾ ਕਿ ਅੱਜ ਲਗਾਤਾਰ ਜਿਹੜੀ ਤਕਰੀਰਾਂ ਨੌਜਵਾਨਾਂ ਤੇ ਜਥੇਬੰਦੀਆਂ ਵਿੱਚ ਅਸੀਂ ਦਿਨ ਬ ਦਿਨ ਦੇਖ ਰਹੇ ਹਾਂ ਕਿ ਵੱਧਦੀਆਂ ਜਾ ਰਹੀਆਂ, ਇਹ ਘਟਣ ਦੇ ਬਜਾਏ ਵੱਧਦੀਆਂ ਜਾ ਰਹੀਆਂ? ਕਿਉਂ? ਤੁਸੀਂ ਦੇਖ ਸਕਦੇ ਹੋ ਕਿ ਜਥੇਬੰਦੀਆਂ 'ਚ ਹੋਰ ਵੀ ਪ੍ਰਬੰਧਕ ਬਹੁਤ ਵਧੀਆ ਨੇ ਜਿਹੜੇ ਕਿ ਆਪਣੇ ਕਲਾਵੇ ਦੇ ਵਿੱਚ ਨੌਜਵਾਨਾਂ ਨੂੰ ਲੈਂਦੇ ਨੇ, ਆਪਣੇ ਨਾਲ ਲੈ ਕੇ ਚੱਲਦੇ ਨੇ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਨਹੀਂ ਹੈਗੇ ਵਿੱਚ ਡੱਲਿਆ ਸਾਹਿਬ ਵਰਗੇ, ਡੱਲਿਆ ਸਾਹਿਬ ਸਾਡੇ ਉਰੇ ਵੀ ਆਏ ਸੀਗੇ ਪਰਸੋਂ, ਉੱਥੇ ਹੈਗੇ ਨੇ ਵਿੱਚ ਵਧੀਆ ਨੇ ਪ੍ਰਬੰਧਕ ਸਾਡੇ, ਇਹੋ ਜਿਹੀ ਗੱਲ ਨਹੀਂ, ਪਰ ਸਾਰੇ ਹੀ ਨਹੀਂ ਵਧੀਆ ਹੈਗੇ। ਬੇਨਤੀ ਕਰਦੇ ਆ ਜਿਹੜੇ ਵਧੀਆ ਨੇ ਉਹਨਾਂ ਨੂੰ ਬੇਨਤੀ ਹੈ ਵੀ ਆਪਦੀ ਥੋੜੀ ਸੋਚ ਨੂੰ ਬਦਲ ਕੇ, ਨੌਜਵਾਨਾਂ ਬਿਨਾਂ ਤੁਸੀਂ ਆਪਦਾ ਕੁਝ ਨਹੀਂ ਕਰ ਸਕਦੇ। ਜੇ ਨੌਜਵਾਨੀ ਨਾਲ ਮੂਹਰੇ ਹੋ ਕੇ ਤੁਸੀਂ ਬਜ਼ੁਰਗ ਹੋ, ਤੁਸੀਂ ਤੋਂ ਕੁਝ ਨਹੀਂ ਬਣਨਾ ਹੈਗਾ। ਸੁਣਨਾ ਚਾਹੀਦਾ। ਬੇਨਤੀ ਇਹੀ ਆ ਵੀ ਸਾਡੀ ਪ੍ਰਬੰਧਕਾਂ ਨੂੰ ਵੀ ਕਿਰਪਾ ਕਰਕੇ ਨੌਜਵਾਨਾਂ ਨੂੰ ਮਿਲਾਓ। ਨਹੀਂ ਤੁਸੀਂ ਲੱਖੇ ਸਿਧਾਣੇ ਨਹੀਂ, ਕੋਈ ਜੇ ਲੱਖੇ ਸਿਧਾਣੇ ਮਗਰ ਨੌਜਵਾਨ ਤੇ ਲੱਖੇ ਸਿਧਾਣੇ ਨਾਲ ਬਹਿ ਕੇ ਗੱਲ ਕਰ ਲਓ। ਕਿਉਂ ਨਹੀਂ ਇਹਦੇ ਨਾਲ ਬਹਿ ਕੇ ਤੁਸੀਂ ਗੱਲ ਕਰਦੇ? ਉਹਨੂੰ ਬੁਲਾ ਲਓ ਉਰੇ। ਆਪਾਂ ਜਿਹੜੇ ਝਗੜੇ ਨੇ, ਮੈਂ ਇਹੀ ਗੱਲ ਕਰਾਂ, ਜਿਹੜੇ ਆਪਣੇ ਝਗੜੇ ਆਪਾਂ ਪੰਜਾਬ 'ਚ ਜਾ ਕੇ ਨਿਬੇੜ ਲਿਆਂਗੇ। ਗੱਲ ਹੀ ਕਰਨੀ ਆ। ਕੱਲ ਹਰਿਆਣੇ ਦੇ ਦੇਖ ਸਕਦੇ ਹੋ ਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਮਹਿਰਾਜ ਵਾਲੇ ਰੈਲੀ ਵੀ ਕੀਤੀ ਗਈ ਉਹ ਕਾਂਗਰਸ ਦੀ ਸ਼ਹਿਰ ਤੇ ਹੋਈ ਆ, ਕਾਂਗਰਸ ਨੇ ਕਰਵਾਈ ਹੈ। ਫਿਰ ਕਿਸ ਤਰ੍ਹਾਂ ਜਿਹੜੇ ਤਕਰੀਰਾਂ ਹੀ ਇਦਾਂ ਦੀਆਂ ਚੱਲ ਰਹੀਆਂ ਕਿ ਵਿਸ਼ਵਾਸ ਕਰਨਾ ਥੋੜਾ ਔਖਾ ਜਿਹਾ ਹੋ ਚੁੱਕਾ ਲੱਗਦਾ? ਬਿਲਕੁਲ ਨਹੀਂ ਸੀਗੀ। ਸਾਡੇ ਵੀਰ ਜੀ ਗਏ ਸੀਗੇ ਉੱਥੇ, ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਮਨੁੱਖਤਾ ਸੀ, ਮਹਿਰਾਜ ਗਏ ਸੀਗੇ। ਬਿਲਕੁਲ ਕਾਂਗਰਸ ਦੀ ਰੈਲੀ ਨਹੀਂ ਸੀਗੀ। ਇਹ ਰੈਲੀ ਲੱਖੇ ਸਿਧਾਣੇ ਉਹਨਾਂ ਨੇ ਕਰਾਈ ਸੀ, ਪਰ ਜਿਹੜੀ ਹੋਰ ਉਹ ਤੋਂ ਬਗੈਰ ਰੈਲੀਆਂ ਹੋਈਆਂ ਨੇ, ਉਹ ਰੈਲੀਆਂ ਵੀ ਕਾਂਗਰਸ ਦੀਆਂ ਸੀਗੀਆਂ। ਬਿਲਕੁਲ ਨਹੀਂ, ਹੁਣ ਕਾਂਗਰਸ ਰੈਲੀ ਬਿਲਕੁਲ ਨਹੀਂ ਸੀ ਉਹ। ਤੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ, ਜਿਹੜੇ ਸਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਵੀਰਾਂ ਨੂੰ ਬੇਨਤੀ ਹੈ, ਪਰ ਆਗੂਆਂ ਨੂੰ ਵੀ ਜਿਹੜੇ ਨੌਜਵਾਨ ਆਪਣੇ ਪੰਜਾਬ ਬੈਠੇ ਨੇ, ਉਹ ਨੌਜਵਾਨਾਂ ਨੇ ਕਾਲ ਦੇਣ, ਜਿਹੜੇ ਆਪਣੇ BJP ਦੇ ਮੈਂਬਰਾਂ ਦੇ ਘਰ ਨੇ ਉਹਨਾਂ ਦਾ ਘਰਾਓ ਕਰਿਆ ਜੇ ਪੱਕੇ ਤੌਰ 'ਤੇ। ਜਿਵੇਂ ਪੰਪ 'ਤੇ ਬੈਠੇ, ਪਹਿਲਾਂ ਪੰਪਾਂ 'ਤੇ ਬੈਠੇ ਸੀਗੇ ਤੇ ਆਪਣੇ ਟੋਲ ਪਲਾਜ਼ੇ ਰੋਕੇ, ਤੇ ਜਿਨ੍ਹਾਂ ਤੱਕ BJP ਦੇ ਪੰਜਾਬ 'ਚ ਘਰਾਓ ਨਹੀਂ ਕਰਦੇ, ਅੱਗ ਨਹੀਂ ਫੈਲਦੀ ਸਾਡੇ ਸਾਡੇ ਪੰਜਾਬੀਆਂ 'ਚ ਅੱਗ ਨਹੀਂ ਉਹਨਾਂ ਤੱਕ ਫੈਲਣੀ। ਸਾਨੂੰ BJP ਦੇ ਘਰਾਂ ਨੂੰ ਘੇਰਨਾ ਚਾਹੀਦਾ, ਪੱਕੇ ਤੌਰ 'ਤੇ ਘੇਰਨਾ ਚਾਹੀਦਾ। ਹੁੱਕਾ ਪਾਣੀ ਉਹਨਾਂ ਦਾ ਅੰਦਰੇ ਬੰਦ ਕਰਨਾ ਚਾਹੀਦਾ ਸਾਰਾ ਕੁਝ। ਤੇ ਬਾਕੀ ਹਰਿਆਣੇ ਦੇ ਵੀਰਾਂ ਨੂੰ ਵੀ ਉਹਨਾਂ ਕਹਿਣ, ਚਡੂਨੀ ਸਾਹਿਬ ਕਾਲ ਕਰਨ ਵੀ ਹਰਿਆਣੇ ਵਿੱਚ ਵੀ ਘਰਾਓ ਕਰਿਆ ਜਾਵੇ। ਤੁਹਾਨੂੰ ਲੱਗਦਾ ਨਹੀਂ ਕਿ ਜੇ ਇਹ ਅਜੇ ਕਾਲ ਨਹੀਂ ਦੇ ਰਹੇ ਜਥੇਬੰਦੀਆਂ, ਜਾਂ ਕਹਿ ਲਈਏ ਕਿ ਅਜੇ ਕੋਈ ਪ੍ਰੋਗਰਾਮ ਨਹੀਂ ਉਲੀਕ ਰਹੇ, ਉਹ ਚਾਹੁੰਦੇ ਕਿ ਚੱਲ ਜਿਹੜਾ 26 ਦਾ ਪਹਿਲਾ ਵਿਵਾਦ ਖੜਾ ਹੋਇਆ ਉਹਨੂੰ ਠੰਡਾ ਪਾ ਦਈਏ, ਜਾਂ ਜਿਹੜੇ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਪਹਿਲਾਂ ਉਹਨਾਂ ਨੂੰ ਰਿਹਾ ਕਰਾ ਲਈਏ? ਉਹਦਾ ਭੈਣੇ ਗ੍ਰਿਫਤਾਰੀਆਂ ਦਾ ਜ਼ਰੂਰੀ, ਉਹ ਵੀ ਜ਼ਰੂਰੀ ਆ, ਉਹ ਨਾਲ ਵੀ ਚੱਲੀ ਜਾਊਗਾ ਸਾਡਾ। ਪਰ ਅਸੀਂ ਕਿੰਨਾ ਚਿਰ ਉਰੇ ਬੈਠੇ ਰਹਾਂਗੇ? ਹੁਣ ਮੂਹਰੇ ਗਰਮੀ ਆ ਰਹੀ ਆ,
ਗਰਮੀ 'ਚ ਕਿੰਨਾ ਔਖਾ ਸਾਨੂੰ ਪਤਾ, ਸਿਆਲ ਅਸੀਂ ਕੱਟਿਆ ਕਿੰਨਾ ਔਖਾ, ਜਿਨ੍ਹਾਂ ਨੇ ਕੱਟਿਆ ਸਿਆਲ ਉਹਨੂੰ ਪਤਾ ਗਰਮੀ ਆ ਰਹੀ ਆ। ਹੁਣ ਗਰਮੀ 'ਚ ਕਿੰਨਾ ਕੁ ਅਸੀਂ ਪ੍ਰਬੰਧ ਕਰ ਲਾਂਗੇ। ਇਹ ਕਾਲ ਦਿੱਤੇ ਬਿਨਾਂ ਕੁਛ ਨਹੀਂ ਬਣਨਾ, ਹੰਬੜੇ ਬਾਣੇ ਬਿਨਾਂ ਕੋਈ ਗੱਲ ਨਹੀਂ ਬਣਨੀ ਸਾਡੀ। ਜਿੰਨਾ ਤੱਕ ਅਸੀਂ ਕੁਛ ਨਾ ਕੁਛ ਕਰਦੇ ਨਹੀਂ ਹੈਗੇ ਉਹਨਾਂ ਤੱਕ ਸਾਡਾ ਕੁਛ ਨਹੀਂ ਬਣਨਾ ਹੈਗਾ। ਮਾਤਾ ਜੀ ਤੁਹਾਨੂੰ ਕੀ ਲੱਗਦਾ, ਤੁਸੀਂ ਅੱਜ ਦੇਖ ਰਹੇ ਹੋ ਕਿ ਨੌਜਵਾਨਾਂ ਦੀ ਸੋਚ ਕੀ ਹੈ, ਨੌਜਵਾਨ ਅੱਗੇ ਕੀ ਚਾਹੁੰਦੇ ਨੇ, ਤੁਹਾਨੂੰ ਕੀ ਲੱਗਦਾ ਜੋ ਨੌਜਵਾਨ ਕਹਿੰਦੇ ਨੇ ਸਾਨੂੰ ਨੌਜਵਾਨ ਸੋਚ ਰਹੇ, ਵਾਹਿ ਖਾਲਸਾ ਵਾਹਿ ਫਤਿਹ ਜੀ, ਜੋ ਨੌਜਵਾਨ ਸੋਚ ਰਹੇ ਨੇ ਸੋਚ ਤਾਂ ਉਹਨਾਂ ਦੀ ਬਹੁਤ ਵਧੀਆ ਜੀ, ਪਰ ਹਾਲੇ ਕੁਝ ਸਮਝ ਚ ਬਾਹਰ ਹੋਇਆ ਪਿਆ। ਸਮਝ ਚ ਹੈ ਕਿ ਅਸੀਂ ਕਿਸਾਨ ਬੰਦੀਆਂ ਦੇ ਜਥੇਦਾਰਾਂ ਦੇ ਨਾਲ ਨੇ ਸਾਰੇ ਮੁੰਡੇ, ਇਹ ਕਹਿੰਦੇ ਨੇ ਅਸੀਂ ਉਹਨਾਂ ਤੋਂ ਵੱਧ ਕੇ ਜਾਣਾ ਵੀ ਨਹੀਂ ਹੈਗਾ। ਜੇ ਜ਼ਿਆਦਾ ਚੱਲਦੇ ਆ ਤਾਂ ਸਾਨੂੰ ਕੋਈ ਇਹੋ ਜਿਹਾ ਕੋਈ ਨਾ, ਜਿਵੇਂ 26 ਜਨਵਰੀ ਨੂੰ ਹੋ ਗਿਆ, ਕੋਈ ਇਹੋ ਜਿਹਾ ਨਾ ਫਿਰ ਕੋਈ ਕਦਮ ਚੱਕਿਆ ਜਾਵੇ ਕਿ ਉਹ ਸਾਨੂੰ ਨਾ ਮਜਬੂਰ ਹੋਣਾ ਪੈ ਜਾਵੇ ਕਿ ਸਾਡੇ ਤੋਂ ਗਲਤੀ ਹੋ ਗਈ ਹੈ। ਅਸੀਂ ਗਲਤੀਆਂ ਦੇ ਬਜਾਏ ਦੇਖੋ ਇੱਥੇ ਮਾਤਾ ਨੇ ਵੀਰਾਂ ਨੇ ਲੰਗਰ ਲਾਏ ਨੇ, ਸਾਡੀਆਂ ਤੇ ਫਸਲਾਂ ਪੱਕੀਆਂ ਪਈਆਂ ਨੇ, ਸਾਡੇ ਕੋਲ ਤੇ ਇੱਕ ਦਿਨ ਵੀ ਰਹਿਣ ਦਾ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਅਸੀਂ ਦੇਖੋ ਘਰ ਛੱਡ ਕੇ ਆਏ। ਅਸੀਂ ਘਰ ਨੂੰ ਕੀ ਲੈਣਾ, ਕਹਿੰਦੇ ਜਿੱਧਰ ਗਈ ਬੇੜੀ ਤੇ ਉਧਰ ਗਏ ਮਲਾ। ਜਦ ਸਾਡੀ ਖੇਤੀ ਨਾ ਰਹਿ ਗਈ, ਕਾਨੂੰਨ ਰੱਦ ਨਾ ਅਸੀਂ ਕਰਵਾਏ ਤੇ ਸਾਨੂੰ ਆਉਣ ਦਾ ਫਾਇਦਾ ਕੀ ਹੋਇਆ। 20 ਦਿਨ ਆਏ ਆ, ਪਹਿਲਾਂ ਵੀ ਲਾ ਕੇ ਚਲੇ ਗਏ ਆ, ਹੁਣ ਮੇਰੇ ਵੀਰ ਨਾਲ ਆਏ ਨੇ ਸਾਡੇ। ਹੁਣ ਦੱਸੋ ਮੇਰੇ ਤੇ ਵੀਰ ਵੀ ਬਜ਼ੁਰਗ ਨੇ ਵਿਚਾਰੇ, ਕਿਸ ਤਰ੍ਹਾਂ ਇਹ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ, ਫਲਸ਼ਾਂ ਬਾਥਰੂਮਾਂ ਦਾ ਜਾਣਾ ਉਹਨਾਂ ਨੂੰ ਔਖਾ, ਚੜ੍ਹਨਾ ਉਤਰਨਾ ਔਖਾ ਹੈਗਾ। ਤੇ ਕੁਛ ਸਰਕਾਰ ਨੂੰ ਵੀ ਸੋਚਣਾ ਚਾਹੀਦਾ, ਸਾਡੇ ਜਿਹੜੇ ਜਥੇਬੰਦੀ ਆਗੂ ਨੇ ਉਹਨਾਂ ਨੂੰ ਵੀ ਸਾਡੀ ਰਾਏ ਲੈਣੀ ਚਾਹੀਦੀ ਹੈ। ਜੋ ਬੱਚੇ ਜਵਾਨ ਕਰ ਸਕਦੇ ਨੇ ਉਹ ਬੁਢੇਪੇ ਵਿੱਚ ਨਹੀਂ ਕਰ ਸਕਦੇ ਹੈਗੇ। ਕੋਈ ਐਸਾ ਬਚਨ, ਕੋਈ ਬੱਚਾ ਵਧੀਆ ਬੋਲ ਦਿੰਦਾ ਵੀ ਹਾਂ ਤੁਸੀਂ ਬੱਚੇ, ਕੋਈ ਵਧੀਆ ਸ਼ਬਦ ਹੈਗਾ ਸਾਡੇ ਮਨ ਨੂੰ ਲੱਗਦਾ ਇਹਨਾਂ ਨੂੰ ਬਿਠਾਉਣ ਨਾਲ, ਬਿਠਾ ਕੇ ਇਹਨਾਂ ਦੀ ਸੋਚ ਦਾ ਤੇ ਉਹਨਾਂ ਦੀ ਸੋਚ ਵਿੱਚ ਵੇਖੋ ਕੀ ਫਰਕ ਹੈਗਾ। ਕਿ ਸੋਚ ਦੇ ਵਿੱਚ ਤਾਂ ਜੇ ਹੋ ਵੀ ਸਕਦਾ ਤੇ ਕੋਈ ਉਹਨਾਂ ਨੂੰ ਬੱਚੇ ਨਹੀਂ ਕਿਹਾ ਜਾਂਦਾ ਹੈਗਾ, ਕਿ ਬੱਚੇ ਅੱਜ ਕੱਲ੍ਹ ਦੇ ਜਿਹੜੇ ਨੇ ਬੱਚੇ ਬਹੁਤ ਸਮਝਦਾਰ ਨੇ ਔਰ ਪੜ੍ਹੇ ਲਿਖੇ ਨੇ, ਕਿਸਾਨ ਜ਼ਿਮੀਂਦਾਰ, ਉਹ ਕੋਈ ਅਨਪੜ੍ਹ ਨਹੀਂ ਹੈਗੇ। ਇਹਨਾਂ ਸਰਕਾਰਾਂ ਨੇ ਸੋਚਿਆ ਕਿ ਉਹ ਅਨਪੜ੍ਹ ਨੇ। ਜਦ ਅਸੀਂ 100-100 ਕਿੱਲੇ ਦੀ ਖੇਤੀ ਕਰਦੇ ਹਾਂ, ਮੇਰੇ ਪੇਕਿਆਂ ਦੀ ਸ਼ੰਭੂ ਬਾਰਡਰ 'ਚ ਮੇਰੇ ਵੀਰਾਂ ਦੀ ਜ਼ਮੀਨ ਹੈ, ਮੇਰਾ ਬ੍ਰਦਰ ਇੱਥੇ ਰਹਿੰਦਾ ਵੱਡੇ ਵਾਲਾ, ਸਾਨੂੰ ਕਿੰਨੇ ਸਾਲ ਹੋ ਗਏ ਨੇ ਤੇ ਅਸੀਂ ਉਹ ਬੈਰੀਗੇਡ ਕਿਹਨੇ ਭੰਨੇ ਸੀ, ਜਵਾਨ ਮੁੰਡਿਆਂ ਨੇ ਭੰਨੇ ਸੀਗੇ ਕਿ ਬੁੱਢਿਆਂ ਨੇ ਭੰਨ ਦਿੱਤੇ ਸੀਗੇ। ਬਜ਼ੁਰਗਾਂ ਦਾ ਅਸੀਂ ਸਤਿਕਾਰ ਬਹੁਤ ਕਰਦੇ ਆ, ਇੰਨਾ ਕਰਦੇ ਆ ਕਿ ਹੱਦ ਤੋਂ ਬਾਅਦ ਅਸੀਂ ਜਿੰਨਾ ਕਰ ਸਕੀਏ ਓਨਾ ਕਰੀਏ। ਪਰ ਹੁਣ ਤੁਸੀਂ ਦੇਖ ਲਓ ਵੀ ਜਵਾਨ ਮੁੰਡੇ ਹੀ ਟਰੈਕਟਰ ਚਲਾ ਸਕਦੇ ਨੇ, ਖੇਤੀ ਵੀ ਇਹਨਾਂ ਨੇ ਕਰਨੀ ਹੈ, ਜੋ ਵੀ ਕੁਝ ਕਰਨਾ। ਜੇ ਸਾਡੇ ਕੋਲ ਕਣਕ ਨਹੀਂ ਹੋਏਗਾ, ਆਟਾ ਨਹੀਂ ਹੋਏਗਾ, ਅਸੀਂ ਖਾਵਾਂਗੇ ਕਿੱਥੋਂ? ਮਜ਼ਦੂਰੀ ਜਿੱਥੇ ਫਸਲਾਂ ਦੀ ਉੱਥੇ ਨਸਲਾਂ ਦੀ ਵੀ ਹੈ ਕਿ ਨਾ, ਜੇ ਅਸੀਂ ਨਸਲਾਂ ਦੀ ਗੱਲ ਨਹੀਂ ਮੰਨਾਂਗੇ ਤੇ ਕਿਸ ਤਰ੍ਹਾਂ ਕਿਹਦੀ ਮੰਨਾਂਗੇ? ਹੁਣ ਤੁਸੀਂ ਦੇਖੋ ਅਸੀਂ ਆਪਣੇ ਇਹ ਨਹੀਂ ਸੋਚਦੇ ਵੀ ਅਸੀਂ ਸਰਦਾਰ ਹੈਗੇ ਆ ਤੇ ਅਸੀਂ ਖਾਣਾ ਚਾਹੁੰਦੇ। ਦੇਖੋ ਭਈਏ ਨੇ, ਭਈਆ ਰਾਣੀਆਂ ਨੇ, ਹੋਰ ਵੀ ਦੇਖੋ ਕਿੰਨੀਆਂ ਸਟੇਟਾਂ ਨੇ, ਕਿੰਨੇ ਜਣੇ ਆਏ ਹੋਏ ਨੇ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ, ਉਹ ਸੁਣ ਲਓ। ਇਹਦੀ ਗੱਲ ਬੱਚੇ ਦੀ ਬਹੁਤ ਠੀਕ ਹੈਗੀ ਹੈ ਕਿ ਜਿਹਦੀ ਭਾਸ਼ਾ ਦੇ ਵਿੱਚ ਸਮਝ ਨਹੀਂ ਆ ਰਹੀ ਕਿ ਹੁਣ ਤਾਂ ਸਾਧਨ ਬੜੇ ਨੇ, ਹੁਣ ਤਾਂ ਆਪਾਂ ਤੁਰ ਕੇ ਨਹੀਂ ਜਾਂਦੇ ਹੈਗੇ, ਹੁਣ ਤਾਂ ਗੱਡੀਆਂ 'ਚ ਘਰੋਂ ਬੈਠਦੇ ਤੇ ਘਰ ਜਾ ਕੇ ਨਿਕਲਦੇ ਆ। ਤੇ ਗੁਰੂ ਨਾਨਕ ਦੇਵ ਜੀ ਤੇ ਤੁਰ ਕੇ ਜਾਂਦੇ ਸੀਗੇ, ਉਹ ਤੁਰ ਕੇ ਜਾਂਦੇ ਸੀ, ਅੱਖਾਂ ਮੀਚ ਕੇ ਉਹ ਪਹੁੰਚ ਜਾਂਦੇ ਸੀ। ਅਸੀਂ ਤੇ ਉਹਦੇ ਤੇ ਭਰੋਸਾ ਰੱਖਿਆ ਵੀ ਇਹ ਸੱਚੇ ਪਾਤਸ਼ਾਹ ਵੀ ਹਾਜ਼ਰ ਨਾਜ਼ਰ ਹੋ ਕੇ ਇਹਨਾਂ ਬੱਚਿਆਂ ਦੇ ਨਾਲ ਸਾਥ ਦਿਓ, ਤੁਸੀਂ ਜਿੰਨਾ ਵੀ ਹੋ ਸਕਦਾ ਹੈ ਤੁਸੀਂ ਤਾਂ ਦੇਣਾ। ਸਾਡਾ ਕਾਲ ਪੁਰਖ ਨੇ, ਜੇ ਸੁੱਤੀਆਂ ਕਲਾਂ ਜਗਾ ਸਕਦੇ ਨੇ ਤੇ ਜੇ ਇਹ ਸੁੱਤੀ ਸਰਕਾਰ ਨੂੰ ਬਿਠਾਉਣ ਵਾਸਤੇ ਇੱਕ ਪਲ ਲੱਗਣਾ, ਜਦੋਂ ਗੁਰੂ ਦਾ ਹੁਕਮ ਹੋਇਆ ਤੇ ਪਲ ਦੇ ਵਿੱਚ ਜਲ ਤੇ ਥਲ ਕਰ ਦੇਣਾ। ਜੀ, ਜਲ ਤਾਂ ਥਲ ਕਰ ਦਿੰਦਾ। ਦੇਖੋ 1 ਮਿੰਟ ਲੱਗਦਾ, ਉਹ ਪੱਤਾ ਨਹੀਂ ਹਿੱਲਣ ਦਿੰਦਾ। 1 ਮਿੰਟ ਲੱਗਦਾ, ਪੂਰੀ ਵਾਤ ਹਨੇਰੀ ਲੈ ਆਉਂਦੀ ਏ। ਹਨੇਰੀਆਂ 1 ਮਿੰਟ ਲੱਗਦਾ। ਆਪਾਂ ਦੇਖਦੇ ਹਾਂ ਸਾਡੀਆਂ ਫਸਲਾਂ ਸੁੱਕ ਰਹੀਆਂ ਨੇ ਵੀ ਮੀਂਹ ਨਹੀਂ ਪੈਂਦਾ, ਬੋਰਾਂ ਦਾ ਪਾਣੀ ਨਹੀਂ ਪੂਰਾ ਹੋ ਰਿਹਾ। ਤੇ ਦੇਖੋ ਗੁਰੂ ਸਾਹਿਬ ਦੀ ਐਡੀ ਬਖਸ਼ਿਸ਼ ਹੈ, ਜਦੋਂ ਉਹ ਫਿਰ ਵਰਸਦਾ ਨਾ, ਕਹਿੰਦੇ ਚਿਮ ਚਿਮ ਧਰਸੇ ਵਰਸੇ ਅੰਮ੍ਰਿਤ ਧਾਰਾ। ਉਹ ਜਦੋਂ ਵਰਸਦਾ ਫਿਰ ਖੇਤਾਂ ਦੇ ਖੇਤ ਅਟਲ ਹੋ ਜਾਂਦੇ ਨੇ ਜੀ। ਤੇ ਸਾਡੀਆਂ ਮੋਟਰਾਂ ਵੀ ਅਸੀਂ ਬੰਦ ਕਰ ਦਿੰਦੇ ਆ, ਸਾਨੂੰ ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ। ਜਦੋਂ ਸਾਡੇ ਨਾਲ ਸਾਡਾ ਸਾਹਿਬ ਹੈ, ਜਿਸ ਦਾ ਸਾਹਿਬ ਡਾਡਾ ਹੋਵੇ ਉਸ ਨੂੰ ਮਾਰ ਨਾ ਸਕੇ ਕੋਈ। ਮੈਂ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ, ਗੁਰੂ ਸਾਹਿਬ ਨੇ ਬਖਸ਼ੀ ਹੋਈ ਦਾਤ ਵਿੱਚੋਂ ਇਹ ਸਰੀਰ ਵੀ ਉਹਦਾ ਹੀ ਹੈ, ਤਨ ਤੇ ਮਨ ਉਹਦਾ ਹੀ ਹੈ। ਜੇ ਉਹਨੇ ਕਿਹਾ ਤੇ ਸੇਵਾ ਵਾਸਤੇ ਐਡੀ ਦੂਰ ਜਾਂਦੇ ਆ,
ਸੱਚੇ ਪਾਤਸ਼ਾਹ ਨੂੰ ਕਿਹਾ ਵੇ ਮਨਾ ਬੰਨ ਲੈ ਸਿਰ ਤੇ ਖੱਫਣ, ਮਰਨਾ ਤੇ ਇੱਕ ਦਿਨ ਹੈਗਾ ਹੀ ਏ। ਉਹ ਬੜੇ ਉਹ ਉੱਥੇ ਉਹ ਗੁਰੂ ਸਾਹਿਬ ਨੇ ਕਿਹਾ ਸੀਗਾ ਚਾਰ ਮੂਏ ਤਾਂ ਕਿਹਾ ਹੋ ਜੀਵਤ ਕਈ ਹਜ਼ਾਰ। ਮੇਰੇ 3 ਬੱਚੇ ਆ, ਕੋਈ ਗੱਲ ਨਹੀਂ, ਇੱਥੇ ਸਾਰੇ ਬੱਚੇ ਨੇ, ਉਹ 3 ਬੱਚਿਆਂ ਨੂੰ ਕੀ ਕਰਨਾ ਮੈਂ, ਜਦ ਮੇਰੇ ਇੱਥੇ ਬੱਚੇ ਨੇ, ਮੇਰੇ ਭਰਾ ਨੇ, ਮੇਰੀਆਂ ਭੈਣਾਂ ਨੇ, ਮੈਨੂੰ ਇਹ ਤੋਂ ਵੱਧ ਕੇ ਕੁਝ ਨਹੀਂ ਹੈਗਾ। ਮੈਂ ਇਹੀ ਅਰਦਾਸ ਸੱਚੇ ਪਾਤਸ਼ਾਹ ਅੱਗੇ ਵੀ ਇਹ ਪ੍ਰਮਾਤਮਾ ਤੂੰ ਇਸ ਜਿਹੜਾ ਸੰਘਰਸ਼ੀ ਚੱਲ ਰਿਹਾ ਨਾ ਇਹਦੇ ਵਿੱਚ ਇੰਨਾ ਅੰਗ ਸੰਗ ਹੋ ਕੇ ਸਹਾਇਤਾ ਕਰ ਸਾਡੀ, ਤੇ ਅਸੀਂ ਜੰਗ ਜਿੱਤ ਕੇ ਹੀ ਜਾਣਾ ਹੈ। ਅਸੀਂ ਬਿਨਾ ਜੰਗ ਜਿੱਤੇ ਨਹੀਂ ਜਾਣਾ, ਅਸੀਂ ਮਰਨ ਤੱਕ ਤਿਆਰ ਹਾਂ, ਮਰਨ ਤੋਂ ਨਹੀਂ ਡਰਦੇ ਹੈਗੇ। ਬੜਾ ਸਾਲ ਜੀ ਲਏ ਨੇ, ਮੇਰੀ 63 ਸਾਲ ਦੀ ਏਜ ਹੋ ਗਈ ਹੈ, ਮੇਰਾ ਆਧਾਰ ਕਾਰਡ ਵੀ ਮੇਰੇ ਨਾਲ ਹੈ। ਮੇਰੇ ਕੋ ਕੋਈ ਗਲਤੀ ਨਾ ਹੋ ਗਈ ਹੋਵੇ, ਕੋਈ ਕਿਸੇ ਦਾ ਤਨ ਮਨ ਨੂੰ ਕੋਈ ਠੇਸ ਪਹੁੰਚੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਸ ਤਰ੍ਹਾਂ ਨੌਜਵਾਨਾਂ ਦਾ, ਬਜ਼ੁਰਗਾਂ ਦਾ, ਮਾਤਾਵਾਂ ਦਾ ਇਹ ਕਹਿਣਾ ਹੈਗਾ ਕਿ ਹੁਣ ਕਿਸਾਨੀ ਅੰਦੋਲਨ ਨੂੰ, ਇਸ ਸੰਘਰਸ਼ ਨੂੰ ਹੋਰ ਵੱਡੀ ਤਿੱਖਾ ਕਰਨ ਦੀ ਲੋੜ ਹੈ, ਹੋਰ ਰੂਪਰੇਖਾ ਦੇਣ ਦੀ ਲੋੜ ਹੈ, ਕਿਉਂਕਿ ਸੰਘਰਸ਼ ਤਿੱਖਾ ਕਰਾਂਗੇ ਤੇ ਸ਼ਾਇਦ ਸਰਕਾਰ ਤੱਕ ਆਵਾਜ਼ ਜਿਹੜੀ ਉਹ ਪਹੁੰਚੇਗੀ। ਸੋ ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ। ਧੰਨਵਾਦ।